परम सत्कारयोग गुरु रूप गुरु प्यारी गुरु खालसा साध संगत जी। आओ जो अज श्री दरबार साहिब श्री हरमंदर साहिब दीन दुनिया दे मालिक धन धन साहिब श्री गुरु ग्रंथ साहिब महाराज जियां ने जो श्री मुख वाक साहिब जियां दी बख्शिश कीती है, उस हुक्मनामा साहिब जियां दे आपां अखरी अर्थ सरवण करिए। विचार दी आरंभता तो पहला धन श्री गुरु ग्रंथ साहिब महाराज जियां दे चरणां विच हाजरी लवाउंदे होए धन गुरु गोबिंद सिंह महाराज जियां वल्लों बख्शिश कीती होई फतेह बुलाइए। कोई भी रसना वांझी ना रहे, सारी संगत गज के आखो जी वाहिगुरु जी का खालसा वाहिगुरु जी की फतेह। बेनती है जिन्नियां भी संगतां ने साडा यूट्यूब चैनल सबसक्राइब नहीं किया, वो साडा यूट्यूब चैनल सबसक्राइब करो, क्योंकि असीं इस चैनल ते हर रोज़ जो सतगुरु जी श्री मुखवाक साहिब जियां दी बख्शिश करते हैं, उस हुक्मनामा साहिब जियां दे असीं अखरी अर्थ अपलोड करते हैं। इस करके साडा ये यूट्यूब चैनल सबसक्राइब करो ते नाल बैल आइकन जरूर दबाओ, तां जो साडी हर वीडियो सब तो पहला आप जियां पास पहुँच सके। आओ जी अज सतगुरु जी साडे ते की रहमत कर रहे ने, की बख्शिश कर रहे ने, सरवण करिए। वडहंस महला पहला। अज दा मुख वाक सिख कौम दे मोढी सतगुरु धन धन साहिब श्री गुरु नानक देव महाराज जियां ने अपनी रसना तो उचारण किया होया, जो कि राग वडहंस विच है। धन श्री गुरु ग्रंथ साहिब महाराज जियां विच ये शब्द 581 अंग ते सुभाईमान है। जिन जग सिरज समाया सो साहिब कुदरत जाणवो। महाराज कहते जिन जग सिरज समाया, जिस परमात्मा ने ये जगत पैदा किया है, जिस वाहिगुरु जी ने ये जगत नूं बनाया है, सो साहिब कुदरत जाणवो। ओ साहिब नूं कुदरत विच लीन समझ, ओ वाहिगुरु जी कुदरत विच वसदा है। एक घड़ा घुमियार घड़ा बनावे, घुमियार दा बनाया होया घड़ा वो अपने घड़े ते मोहर तां ला सकदा है, पर वो घड़े विच वस नहीं सकदा। ओनू नहीं पता लगना भी मेरा घड़ा कित्थे है, कित्थे गया, कौन लैके गया है। पर जिहड़ा परमात्मा वाहिगुरु जी है, उन्हें जिन्ने भी घड़े बनाए है, जिन्ने भी घट बनाए है, जिन्ने भी शरीर बनाए है, जिन्नी कुदरत बनाई है, ਉਹਦੀ ਇਹੀ ਇੱਕ ਵਡੱਪਣਤਾ ਹੈ, ਉਹ ਹਰ ਇੱਕ ਕੁਦਰਤ ਵਿੱਚ ਆਪ ਵਸਿਆ ਹੈ, ਹਰ ਇੱਕ ਜੀਵ ਵਿੱਚ ਆਪ ਵਸਿਆ ਹੋਇਆ ਹੈ। ਮਹਾਰਾਜ ਕਹਿੰਦੇ ਉਹ ਪਰਮਾਤਮਾ ਨੂੰ ਕੁਦਰਤ ਵਿੱਚ ਵਸਦਾ ਸਮਝ, ਇਹ ਨਾ ਸਮਝ ਕੇ ਉਹ ਕਿਤੇ ਹੋਰ ਬੈਠਾ ਹੈ। ਨਹੀਂ ਨਹੀਂ, ਇਹ ਜਗ ਸੱਚੇ ਕੀ ਹੈ ਕੋਠੜੀ, ਵਿੱਚ ਸੱਚੇ ਕਾ ਵਿੱਚ ਵਾਸ। ਇਹ ਪੂਰਾ ਸੰਸਾਰ ਪਰਮਾਤਮਾ ਦਾ ਘਰ ਸਮਝ, ਕੋਠੜੀ ਸਮਝ, ਤੇ ਪਰਮਾਤਮਾ ਆਪਣੇ ਬਣਾਏ ਹੋਏ ਘਰ ਵਿੱਚ ਖੁਦ ਰਹਿ ਰਿਹਾ ਹੈ। ਤੇ ਜਿਸ ਦਿਨ ਸਾਨੂੰ ਗਿਆਨ ਦੀਆਂ ਅੱਖਾਂ ਮਿਲ ਗਈਆਂ, ਜਿਸ ਦਿਨ ਪਰਮਾਤਮਾ ਜੀ ਨੇ ਰਹਿਮਤ ਕਰ ਦਿੱਤੀ, ਗੁਰੂ ਜੀ ਨੇ ਕਿਰਪਾ ਕਰ ਦਿੱਤੀ, ਸਾਨੂੰ ਇਹ ਸੰਸਾਰ ਵਿੱਚ ਹੀ ਪਰਮਾਤਮਾ ਦਿਖੇਗਾ। ਸਾਨੂੰ ਰੱਬ ਦੇ ਬਣਾਏ ਹੋਏ ਬੰਦਿਆਂ ਵਿੱਚ ਪਰਮਾਤਮਾ ਦਿਖੇਗਾ। ਅੱਜ ਅਸੀਂ ਰੱਬ ਦੇ ਬਣਾਏ ਹੋਏ ਬੰਦਿਆਂ ਤੇ ਜ਼ੁਲਮ ਕਰਦੇ ਹਾਂ, ਰੱਬ ਦੇ ਬਣਾਏ ਹੋਏ ਬੰਦਿਆਂ ਨਾਲ ਠੱਗੀ ਕਰਦੇ ਹਾਂ, ਪਰਮਾਤਮਾ ਵੱਲੋਂ ਬਣਾਏ ਹੋਏ ਜੀਵਾਂ ਤੇ ਤਸ਼ੱਦਦ ਕਰਦੇ ਹਾਂ। ਪਰ ਜਿਸ ਦਿਨ ਗੁਰੂ ਜੀ ਨੇ ਇਹ ਗੱਲ ਸਮਝਾ ਦਿੱਤੀ, ਮਹਾਰਾਜ ਕਹਿੰਦੇ ਸੋ ਸਾਹਿਬ ਕੁਦਰਤ ਜਾਣਵੋ। ਪਰਮਾਤਮਾ ਨੂੰ ਕੁਦਰਤ ਵਿੱਚ ਸਮਝ, परमात्मा आ सारे जीवां विच वसदा है। जदों ये गल समझ लग गई, असीं किसे नाल ठगी नहीं करांगे, असीं किसे ते भी जुल्म नहीं कमावांगे, क्योंकि सानू पता लग जाएगा जिहदे नाल भी मैं धक्का कर रहा इहदे विच भी परमात्मा है।
ਸਚੜਾ ਦੂਰ ਨਾ ਭਾਲੀਐ, ਘਟ ਘਟ ਸ਼ਬਦ ਪਛਾਣਵੋ। ਸਚੜਾ ਦੂਰ ਨਾ ਭਾਲੀਐ, ਉਹ ਸੱਚੇ ਪ੍ਰਮਾਤਮਾ ਨੂੰ ਕਿਤੇ ਹੋਰ ਨਾ ਲੱਭ, ਕਿਤੇ ਹੋਰ ਨਾ ਭਾਲ, ਉਹਨੂੰ ਕੁਦਰਤ ਵਿੱਚੋਂ ਹੀ ਲੱਭਣਾ ਪਏਗਾ। ਘਟ ਘਟ ਸ਼ਬਦ ਪਛਾਣਵੋ। ਹਰੇਕ ਸਰੀਰ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਚੱਲ ਰਿਹਾ ਹੈ। ਉਹ ਪਰਮਾਤਮਾ ਦਾ ਹੁਕਮ ਹਰ ਇੱਕ ਘਟ ਵਿੱਚ ਚੱਲ ਰਿਹਾ ਹੈ। ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ, ਜਿਨ ਏ ਰਚਨਾ ਰਾਚੀ। ਰਚਨਾ ਤੋਂ ਭਾਵ ਹੈ ਜਿਹੜੇ ਪਰਮਾਤਮਾ ਨੇ ਇਹ ਦੁਨੀਆ ਬਣਾਈ ਹੈ। ਸਤਿਗੁਰੂ ਜੀ ਕਹਿੰਦੇ ਸੱਚ ਸ਼ਬਦ ਪਛਾਣੋ ਦੂਰ ਨਾ ਜਾਣੋ। ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ ਕਿਤੇ ਵੱਖਰਾ ਨਾ ਸਮਝ। ਹਰੇਕ ਸਰੀਰ ਵਿੱਚ ਉਸ ਦਾ ਅਟੱਲ ਹੁਕਮ ਵਰਤਦਾ ਪਹਿਚਾਨ। ਪਰਮਾਤਮਾ ਦਾ ਹੁਕਮ ਹਰ ਇੱਕ ਸਰੀਰ ਵਿੱਚ, ਹਰ ਇੱਕ ਬਨਸਪਤੀ ਤੇ ਚੱਲਦਾ ਹੈ। ਉਹ ਹਰ ਇੱਕ ਚੀਜ਼ ਦੇ ਵਿੱਚ, ਜਰਰੇ ਜਰਰੇ ਵਿੱਚ ਪਰਮਾਤਮਾ ਸਮਾਇਆ ਹੋਇਆ ਹੈ। ਏਕ ਹੈ ਅਨੇਕ ਹੈ, ਅਨੇਕ ਹੈ ਫਿਰ ਏਕ ਹੈ ਪਰਮਾਤਮਾ ਇੱਕ ਹੀ ਹੈ। ਇੱਕ ਓੰਕਾਰ ਪਰਮਾਤਮਾ ਇੱਕ ਹੈ, ਪਰ ਉਹ ਇੱਕ ਹੋਣ ਦੇ ਬਾਵਜੂਦ ਆਪਣੀ ਕੁਦਰਤ ਦੇ ਵਿੱਚ ਸਮਾਇਆ ਹੋਇਆ ਹੈ। ਸਾਰੇ ਬ੍ਰਹਿਮੰਡ ਵਿੱਚ ਉਹਦਾ ਪਸਾਰਾ ਹੈ। ਉਹਨੂੰ ਪੂਰੀ ਦੁਨੀਆ ਦੇ ਵਿੱਚ ਦੇਖ। ਨਾਮ ਧਿਆਏ ਤਾਂ ਸੁਖ ਪਾਏ, ਬਿਨ ਨਾਵੈ ਪਿੜ ਕਾਚੀ। ਨਾਮ ਧਿਆਏ ਤਾਂ ਸੁਖ ਪਾਏ। ਜਦੋਂ ਇਹ ਜੀਵ ਪਰਮਾਤਮਾ ਨੂੰ ਸਿਮਰਦਾ ਹੈ, ਪਰਮਾਤਮਾ ਦੀ ਆਰਾਧਨਾ ਕਰਦਾ ਹੈ, ਉਦੋਂ ਇਹਨੂੰ ਆਤਮਿਕ ਆਨੰਦ ਮਿਲਦਾ ਹੈ। ਤਾਂ ਸੁਖ ਪਾਏ, ਤਾਂ ਇਹਨੂੰ ਸਦੀਵੀ ਆਨੰਦ, ਸਦੀਵੀ ਸੁਖ ਪ੍ਰਾਪਤ ਹੁੰਦਾ ਹੈ। ਬਿਨ ਨਾਵੈ ਪਿੜ ਕਾਚੀ। ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਅਸਮਰੱਥ ਹੋ ਜਾਂਦੀ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਕਿਸੇ ਨੂੰ ਵੀ ਸਦੀਵੀ ਆਨੰਦ, ਸਦੀਵੀ ਸੁਖ ਪ੍ਰਾਪਤ ਨਹੀਂ ਹੋ ਸਕਦਾ। ਜਿਨ ਥਾਪੀ ਬਿਦ ਜਾਣੈ ਸੋਈ, ਕਿਆ ਕੋ ਕਹੈ ਵਖਾਣੋ। ਜਿਨ ਥਾਪੀ ਬਿਦ ਜਾਣੈ ਸੋਈ। ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਵੀ ਜਾਣਦਾ ਹੈ। ਵਿਧੀ ਤੋਂ ਭਾਵ ਹੈ ਤਰੀਕਾ। ਮਹਾਰਾਜ ਕਹਿੰਦੇ ਕਿਆ ਕੋ ਕਹੈ ਵਖਾਣੋ। ਹੋਰ ਕੋਈ ਜਿੰਨਾ ਮਰਜ਼ੀ ਕਹੀ ਜਾਏ, ਇਹ ਤਾਂ ਪਰਮਾਤਮਾ ਹੀ ਜਾਣਦਾ ਹੈ ਵੀ ਕਿਵੇਂ ਉਹਨੇ ਇਹ ਰਚਨਾ ਰਚੀ ਹੈ ਤੇ ਕਿਵੇਂ ਉਹਨੇ ਇਹ ਆਪਣੀ ਬਣਾਈ ਹੋਈ ਰਚਨਾ ਦੀ ਰੱਖਿਆ ਕਰਨੀ ਹੈ। ਜਿਨ ਜਗ ਥਾਪ ਵਰਤਾਇਆ ਜਾਲੋ, ਸੋ ਸਾਹਿਬ ਪਰਵਾਨੋ। ਜਿਸ ਪ੍ਰਭੂ ਨੇ ਜਗਤ ਪੈਦਾ ਕਰਕੇ ਇਸ ਦੇ ਉੱਪਰ ਮਾਇਆ ਦੇ ਮੋਹ ਦਾ ਜਾਲ ਵਿਛਾ ਰੱਖਿਆ ਹੈ। ਜਿਨ ਜਗ ਥਾਪ ਵਰਤਾਇਆ ਜਾਲੋ। ਵਰਤਾਇਆ ਤੋਂ ਭਾਵ ਹੈ ਵਿਛਾਇਆ। ਜਿਹੜੇ ਪ੍ਰਮਾਤਮਾ ਨੇ ਦੁਨੀਆ ਨੂੰ ਪੈਦਾ ਕਰਕੇ, ਜਗਤ ਪੈਦਾ ਕਰਕੇ ਇਸ ਉੱਤੇ ਮਾਇਆ ਦਾ ਮੋਹ ਵਿਛਾਇਆ ਹੋਇਆ ਹੈ, ਸੋ ਸਾਹਿਬ ਪਰਵਾਨੋ। ਉਹ ਪਰਮਾਤਮਾ ਹੀ ਮੰਨਿਆ ਗਿਣਿਆ ਹੈ। ਇਹ ਉਹੀ ਕਰ ਸਕਦਾ ਹੈ। ਬਾਬਾ ਆਇਆ ਹੈ ਉਠ ਚੱਲਣਾ, ਅਦ ਪੰਦੈ ਹੈ ਸੰਸਾਰਵਾ। ਅਦ ਪੰਦੈ ਤੋਂ ਭਾਵ ਹੈ ਜਨਮ ਮਰਨ ਵਿੱਚ। ਬਾਬਾ ਆਇਆ ਹੈ ਉਠ ਚੱਲਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਿਹੜਾ ਵੀ ਜੀਵ ਇਹ ਸੰਸਾਰ ਅੰਦਰ ਜਨਮ ਲੈ ਕੇ ਆਇਆ ਹੈ, ਇਉਂ ਸਮਝੋ ਉਹਨੇ ਇੱਕ ਨਾ ਇੱਕ ਦਿਨ ਜ਼ਰੂਰ ਇੱਥੋਂ ਜਾਣਾ ਹੀ ਜਾਣਾ ਹੈ। ਵਾਰੀ ਆਪੋ ਆਪਣੀ ਕੋਇ ਨਾ ਬੰਦੈ ਧੀਰ। ਹਰ ਕੋਈ ਆਪਣੀ ਵਾਰੀ ਦੇ ਨਾਲ ਇਸ ਸੰਸਾਰ ਤੋਂ ਜਾਏਗਾ। ਕੋਈ ਅੱਜ ਚਲਿਆ ਜਾਏ, ਕੋਈ 20 ਸਾਲ ਬਾਅਦ, ਕੋਈ 100 ਸਾਲ ਬਾਅਦ ਜਾਂਦਾ ਹੈ। ਪਰ ਜਿਹੜਾ ਵੀ ਸੰਸਾਰ ਵਿੱਚ ਆਇਆ, ਮਹਾਰਾਜ ਕਹਿੰਦੇ ਉਹਨੇ ਚਲਿਆ ਜਾਣਾ ਹੈ। ਅੰਧ ਪੰਦੈ ਹੈ ਸੰਸਾਰ ਹੋਵਾ। ਜਗਤ ਤਾਂ ਇੱਕ ਜਨਮ ਮਰਨ ਦਾ ਚੱਕਰ ਹੀ ਹੈ, ਆਉਣ ਜਾਣ ਦਾ ਚੱਕਰ ਹੈ। ਸਿਰ ਸਿਰ ਸਚੜੈ ਲਿਖਿਆ,
ਦੁਖ ਸੁਖ ਪੁਰਬ ਵਿਚਾਰੋਵਾ। ਵਿਚਾਰੋਵਾ ਤੋਂ ਭਾਵ ਹੈ ਪੂਰਬਲੇ ਸਮੇਂ ਵਿੱਚ ਕੀਤੇ ਕਰਮਾਂ ਦਾ ਵਿਚਾਰ। ਸਿਰ ਸਿਰ ਸਚੜੈ ਲਿਖਿਆ। ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਨੇ ਹਰੇਕ ਜੀਵ ਦੇ ਸਿਰ ਉੱਤੇ ਉਸ ਦੇ ਪੂਰਬਲੇ ਸਮੇਂ ਵਿੱਚ ਕੀਤੇ ਕਰਮਾਂ ਦੇ ਅਨੁਸਾਰ ਦੁੱਖ ਅਤੇ ਸੁੱਖ ਭੋਗਣ ਦੇ ਲੇਖ ਲਿਖ ਦਿੱਤੇ ਹਨ। ਜੀਵ ਨੂੰ ਦੁੱਖ ਵੀ ਆਪਣੇ ਕਰਮਾਂ ਦਾ ਮਿਲਦਾ ਹੈ, ਸੁੱਖ ਵੀ ਆਪਣੇ ਪੁੰਨ ਕੀਤੇ ਹੋਏ ਕਰਮਾਂ ਦਾ ਮਿਲਦਾ ਹੈ। ਪਰਮਾਤਮਾ ਕਿਸੇ ਨੂੰ ਨਾ ਸੁੱਖ ਦਿੰਦਾ ਹੈ ਨਾ ਦੁੱਖ। ਇਹ ਜੀਵ ਜੇ ਚੰਗੇ ਕਰਮ ਕਰਦਾ ਹੈ, ਜੇ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ, ਪਰਮਾਤਮਾ ਦੀ ਉਸਤਤ ਕਰਦਾ ਹੈ, ਸੰਸਾਰ ਵਿੱਚ ਭਲੇ ਦੇ ਕੰਮ ਕਰਦਾ ਹੈ, ਤਾਂ ਹਮੇਸ਼ਾ ਹੀ ਇਹ ਜੀਵ ਸੁਖੀ ਰਹੇਗਾ, ਆਨੰਦ ਵਿੱਚ ਰਹੇਗਾ। ਜੇ ਦੁਨੀਆ ਨਾਲ ਠੱਗੀ ਮਾਰਦਾ ਹੈ, ਧੱਕਾ ਕਰਦਾ ਹੈ, ਜ਼ੁਲਮ ਕਰਦਾ ਹੈ, ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦਾ, ਮਹਾਰਾਜ ਕਹਿੰਦੇ ਫਿਰ ਇਹ ਸਦਾ ਹੀ ਦੁਖੀ ਰਹੇਗਾ। ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਹੀ ਦੁੱਖ ਸੁੱਖ ਭੋਗਦਾ ਹੈ। ਦੁੱਖ ਸੁਖ ਦੀਆ ਜਿਹਾ ਕੀਆ, ਸੋ ਨਿਭੈ ਜੀ ਨਾਲੇ। ਜਿਹੋ ਜਿਹਾ ਕਰਮ ਜੀਵ ਨੇ ਕੀਤਾ, ਉਹੋ ਜਿਹਾ ਦੁੱਖ ਅਤੇ ਸੁੱਖ ਪਰਮਾਤਮਾ ਨੇ ਉਸ ਦੇ ਦਿੱਤਾ। ਵਾਹਿਗੁਰੂ ਜੀ ਨੇ ਉਵੇਂ ਹੀ ਇਹਨੂੰ ਦੁੱਖ ਸੁੱਖ ਦਿੱਤਾ ਹੈ, ਜਿਹੋ ਜੇ ਇਹਨੇ ਕੰਮ ਕੀਤਾ ਹੈ। ਸੋ ਨਿਭੈ ਜੀ ਨਾਲੇ, ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ। ਤਾਂ ਹੀ ਸਿਆਣਿਆਂ ਨੇ ਆਖਿਆ ਵੀ ਕਰਮ ਜਾਣਗੇ ਨਾਲੇ, ਭਾਵੇਂ ਚਲ ਜਾ ਬਰਮਾ ਨੂੰ। ਜਿੱਥੇ ਮਰਜੀ ਚਲੇ ਜਾਈਏ ਸਾਡੇ ਕਰਮ ਨਾਲ ਹੀ ਜਾਣਗੇ। ਅਸੀਂ ਅਮਰੀਕਾ ਚਲੇ ਜਾਈਏ, ਜੇ ਸਾਡੇ ਕਰਮ ਮਾੜੇ ਹੈ ਤਾਂ ਅਮਰੀਕਾ ਸਾਨੂੰ ਸੁਖੀ ਨਹੀਂ ਕਰ ਸਕਦਾ। ਜਿਹੜੀ ਮਰਜੀ ਕੰਟਰੀ ਚਲੇ ਜਾਈਏ, ਜੇ ਸਾਡੇ ਕਰਮ ਮਾੜੇ ਹੈ, ਅਸੀਂ ਕਰਮ ਮਾੜੇ ਕਰਦੇ ਹਾਂ, ਮੰਦੇ ਕਰਮ ਕਰਦੇ ਹਾਂ, ਸਾਨੂੰ ਕੋਈ ਵੀ ਕੰਟਰੀ ਸੁਖੀ ਨਹੀਂ ਕਰ ਸਕਦੀ। ਜੇ ਸਾਡੇ ਕਰਮ ਚੰਗੇ ਹੈ, ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ, ਭਲੇ ਦੇ ਕੰਮ ਕਰਦੇ ਹਾਂ, ਤਾਂ ਇੰਡੀਆ ਵਿੱਚ ਰਹਿੰਦੇ ਵੀ ਅਸੀਂ ਸੁਖੀ ਹੋ ਸਕਦੇ ਹਾਂ। ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ। ਕਰਮ ਬਹੁਤ ਬਲਵਾਨ ਹੈ, ਬੜੇ ਤਾਕਤਵਾਰ ਹੈ। ਇਹਨਾਂ ਨੂੰ ਭੋਗਣਾ ਹੀ ਪੈਂਦਾ, ਇਹਨਾਂ ਤੋਂ ਕੋਈ ਵੀ ਕਿਨਾਰਾ ਨਹੀਂ ਕਰ ਸਕਦਾ, ਬਚ ਨਹੀਂ ਸਕਦਾ। ਜਿਹੇ ਕਰਮ ਕਰਾਏ ਕਰਤਾ, ਦੂਜੀ ਕਾਰ ਨਾ ਭਾਲੇ। ਪਰ ਜੀਵ ਦੇ ਵੀ ਕੀ ਵਸ ਹੈ, ਕਰਤਾਰ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਉਂਦਾ ਹੈ, ਉਹੋ ਜਿਹੇ ਕਰਮ ਜੀਵ ਕਰਦੇ ਹਨ। ਕੋਈ ਵੀ ਜੀਵ ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ ਕੋਈ ਹੋਰ ਕੰਮ ਨਹੀਂ ਕਰ ਸਕਦਾ। ਆਪ ਨਿਰਾਲਮ ਧੰਦੈ ਵਾਦੀ, ਕਰ ਹੁਕਮ ਛਡਾਵਣ ਹਾਰੋ। ਨਿਰਾਲਮ ਤੋਂ ਭਾਵ ਹੈ ਨਿਰਲੇਪ। ਆਪ ਨਿਰਾਲਮ ਧੰਦੈ ਵਾਦੀ। ਮਹਾਰਾਜ ਕਹਿੰਦੇ ਪਰਮਾਤਮਾ ਆਪ ਤਾਂ ਕਰਮਾਂ ਤੋਂ ਨਿਰਲੇਪ ਹੈ। ਲੋਕਾਈ ਉਸ ਦੇ ਹੁਕਮ ਅਨੁਸਾਰ ਮਾਇਆ ਦੇ ਆਹਾਰ ਵਿੱਚ ਬੱਧੀ ਪਈ ਹੈ। ਧੰਦੈ ਵਾਦੀ, ਕਰ ਹੁਕਮ ਛਡਾਵਣ ਹਾਰੋ। ਮਾਇਆ ਦੇ ਇਹਨਾਂ ਬੰਧਨਾਂ ਤੋਂ ਉਹੀ ਛੁੱਟ ਸਕਦਾ ਹੈ ਜਿਹਦੇ ਤੇ ਪ੍ਰਮਾਤਮਾ ਆਪ ਮਿਹਰ ਕਰ ਦੇਵੇ। ਵਾਹਿਗੁਰੂ ਜੀ ਆਪ ਕਿਰਪਾ ਕਰਕੇ ਉਹਨੂੰ ਮਾਇਆ ਦੇ ਬੰਧਨਾਂ ਤੋਂ ਛੁਡਾ ਲੈਣ, ਉਹੀ ਜੀਵ ਮਾਇਆ ਦੇ ਬੰਧਨਾਂ ਤੋਂ ਛੁੱਟ ਸਕਦਾ ਹੈ। ਅੱਜ ਕੱਲ ਕਰਦਿਆਂ ਕਾਲ ਵਿਆਪੈ, ਦੂਜੈ ਭਾਏ ਵਿਕਾਰੋ। ਇਹ ਜੀਵ ਕਹਿੰਦਾ ਮੈਂ ਅੱਜ ਪ੍ਰਮਾਤਮਾ ਦਾ ਨਾਮ ਜਪ ਲੈਣਾ, ਫਿਰ ਕਹਿੰਦਾ ਮੈਂ ਕੱਲ ਨੂੰ ਜਪ ਲੈਣਾ। ਇਹ ਤਰ੍ਹਾਂ ਟਾਲ ਮਟੋਲ ਕਰਦਾ ਰਹਿੰਦਾ ਹੈ। ਨਾਮ ਜਪਣ ਦਾ ਇਹਦੇ ਕੋਲ ਸਮਾਂ ਨਹੀਂ ਹੈ, ਹੋਰ ਬੜੇ ਕੰਮ ਕਰਦਾ ਹੈ। ਬੜੇ ਹੀ ਕੰਮ ਰਿਸ਼ਤੇਦਾਰਾਂ ਦੇ ਵੀ ਜਾਂਦਾ ਹੈ, ਆਪਣੇ ਕੰਮਕਾਰ ਵੀ ਕਰਦਾ ਹੈ, ਪਰਿਵਾਰ ਨੂੰ ਵੀ ਪਾਲਦਾ। ਜਦੋਂ ਨਾਮ ਜਪਣ ਦੀ ਵਾਰੀ ਆਉਂਦੀ, ਮਹਾਰਾਜ ਕਹਿੰਦੇ ਇਹ ਕਰਦਾ ਵੀ ਅੱਜ ਜਪ ਲੈਣਾ, ਕੋਈ ਨਹੀਂ ਕੱਲ ਨੂੰ ਜਪ ਲੈਂਦੇ ਆ, ਬੜਾ ਸਮਾਂ ਪਿਆ ਹਜੇ ਤਾਂ ਮੇਰੇ ਤੇ ਬਚਪਨ ਹੈ, ਹਜੇ ਤਾਂ ਮੇਰੇ ਤੇ ਜਵਾਨੀ ਹੈ, ਵਡੇਪੇ ਵਿੱਚ ਜਾ ਕੇ ਜਪ ਲਾਂਗੇ। ਪਰ ਕੀ ਪਤਾ ਵਡੇਪੇ ਨੇ ਆਉਣਾ ਜਾਂ ਨਹੀਂ ਆਉਣਾ, ਸਾਡੀ ਵਾਰੀ ਜਵਾਨੀ ਵਿੱਚ ਹੀ ਆ ਜਾਏ।
ਹੁਣ ਸਾਡੇ ਕੋਲ ਸਮਾਂ ਹੈ, ਹੁਣ ਸਾਨੂੰ ਨਾਮ ਜਪਣਾ ਚਾਹੀਦਾ। ਅੱਜ ਕੱਲ੍ਹ ਕਰਦਿਆਂ ਕਿਤੇ ਇਹ ਨਾ ਹੋਵੇ ਮੌਤ ਦਾ ਅਜਗਰ ਸਾਡੇ ਸਿਰ ਤੇ ਆ ਕੇ ਮੰਡਰਾ ਜਾਏ, ਸਾਨੂੰ ਨਾਲ ਲੈ ਜਾਏ, ਸਾਨੂੰ ਮੌਤ ਆ ਜਾਏ, ਮੌਤ ਆ ਕੇ ਸਾਨੂੰ ਦੱਬ ਲਏ। ਦੂਜੇ ਭਾਈ ਵਿਕਾਰੋ ਮਹਾਰਾਜ ਕਹਿੰਦੇ ਪ੍ਰਮਾਤਮਾ ਨੂੰ ਵਿਸਾਰ ਕੇ ਇਹ ਜੀਵ ਮਾਇਆ ਵਿੱਚ ਫਸ ਕੇ ਕੰਮ ਕਰਦਾ ਹੈ, ਜਿਹੜੇ ਕੰਮ ਵਿਅਰਥ ਹਨ, ਜਿਹੜੇ ਕੰਮਾਂ ਦਾ ਕੋਈ ਲਾਭ ਨਹੀਂ ਹੈ। ਇਸ ਕਰਕੇ ਮਨਾ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ, ਵਾਹਿਗੁਰੂ ਜੀ ਨੂੰ ਯਾਦ ਕਰਿਆ ਕਰ। ਜਮ ਮਾਰਗ ਪੰਥ ਨਾ ਸੂਝਈ, ਉਜੜ ਅੰਧ ਗੁਬਾਰੋਵਾ। ਅੰਧ ਗੁਬਾਰੋਵਾ ਤੋਂ ਭਾਵ ਹੈ ਘੁੱਪ ਹਨੇਰਾ, ਉਜੜ ਤੋਂ ਭਾਵ ਹੈ ਉਜਾੜ, ਪੰਧ ਤੋਂ ਭਾਵ ਹੈ ਰਸਤਾ। ਜਮ ਮਾਰਗ ਪੰਧ ਨਾ ਸੂਝਈ, ਜੀਵ ਜਮ ਵਾਲਾ ਰਸਤਾ ਫੜਦਾ ਹੈ। ਇਹ ਆਪ ਜਮਾਂ ਦੇ ਰਾਹ ਚੱਲਦਾ ਹੈ, ਪ੍ਰਮਾਤਮਾ ਦੇ ਰਾਹ ਨਹੀਂ ਚੱਲਦਾ। ਜਮਾਂ ਦੇ ਰਾਹ ਚੱਲਣਾ ਕੀ ਹੈ? ਮਾਇਆ ਦੇ ਰਸਤੇ ਤੇ ਚੱਲਣਾ, ਵਿਕਾਰਾਂ ਦੇ ਰਸਤੇ ਤੇ ਚੱਲਣਾ, ਜਮ ਦੇ ਰਸਤੇ ਤੇ ਚੱਲਣਾ ਹੈ। ਅਤੇ ਉਸ ਨੂੰ ਆਤਮਿਕ ਜੀਵਨ ਦੀ ਸੋਝੀ ਨਹੀਂ ਆਉਂਦੀ। ਨਾ ਸੂਝਈ, ਉਜੜ ਅੰਧ ਗੁਬਾਰਾ, ਉਜਾੜ ਤੇ ਘੁੱਪ ਹਨੇਰੇ ਵਿੱਚ ਇਹ ਜੀਵ ਹਰ ਸਮੇਂ ਫਸਿਆ ਰਹਿੰਦਾ ਹੈ। ਨਾ ਜਲ ਲੇਫ ਤੁਲਾਫੀਆ, ਨਾ ਭੋਜਨ ਪ੍ਰਕਾਰੋਵਾ। ਮਹਾਰਾਜ ਕਹਿੰਦੇ ਆਖਰ ਵੇਲੇ ਨਾ ਪਾਣੀ, ਨਾ ਲੇਫ, ਨਾ ਤੁਲਾਈ, ਨਾ ਕਿਸੇ ਕਿਸਮ ਦਾ ਭੋਜਨ। ਭੋਜਨ ਭਾਉ ਨਾ ਠੰਡਾ ਪਾਣੀ, ਨਾ ਕਾਪੜ ਸਿਗਾਰੋ। ਭੋਜਨ ਭਾਉ ਨਹੀਂ, ਨਾ ਠੰਡਾ ਪਾਣੀ, ਨਾ ਕੋਈ ਸੋਹਣਾ ਕੱਪੜਾ, ਨਾ ਹੋਰ ਸ਼ਿੰਗਾਰ ਨਾਲ ਜਾਂਦਾ ਹੈ। ਇਹ ਜੀਵ ਦੇ ਨਾਲ ਕਿਸੇ ਚੀਜ਼ ਨੇ ਨਹੀਂ ਜਾਣਾ। ਇੱਥੋਂ ਤੱਕ ਜਿਹੜਾ ਸਰੀਰ ਲੈ ਕੇ ਸੰਸਾਰ ਵਿੱਚ ਆਇਆ ਹੈ, ਇਹ ਸਰੀਰ ਨੇ ਵੀ ਇਹਦੇ ਨਾਲ ਨਹੀਂ ਜਾਣਾ। ਗਲ ਸੰਗਲ ਸਿਰ ਮਾਰੇ ਉਭੋ, ਨਾ ਦੀਸੈ ਘਰ ਬਾਰੋ। ਗਲ ਸੰਗਲ ਸਿਰ ਮਾਰੇ ਉਭੋ, ਜਮਰਾਜ ਜੀਵ ਦੇ ਗਲ ਵਿੱਚ ਮੋਹ ਦਾ ਸੰਗਲ ਪਾ ਕੇ ਇਸ ਦੇ ਸਿਰ ਉੱਤੇ ਖਲੋਤਾ ਚੋਟਾਂ ਮਾਰਦਾ ਹੈ, ਤਾਂ ਇਸ ਨੂੰ ਕੋਈ ਘਰ-ਬਾਰ ਨਹੀਂ ਦਿਸਦਾ। ਮਹਾਰਾਜ ਕਹਿੰਦੇ ਜਿਹੜੇ ਵਿਕਾਰਾਂ ਦੇ ਰਸਤੇ ਤੇ ਚੱਲਦੇ ਐ, ਜਿਹੜੇ ਪਰਮਾਤਮਾ ਦੇ ਨਾਮ ਨੂੰ ਓਹਲੇ ਰੱਖ ਲੈਂਦੇ ਐ, ਜਿਹੜੇ ਵਾਹਿਗੁਰੂ ਜੀ ਦਾ ਸਿਮਰਨ ਨਹੀਂ ਕਰਦੇ, ਮਾਇਆ ਦੇ ਰਸਤੇ ਤੇ ਚੱਲਦੇ ਐ, ਫਿਰ ਜਮਰਾਜ ਇਹ ਜੀਵ ਦੇ ਗਲ ਵਿੱਚ ਮੋਹ ਦਾ ਸੰਗਲ ਪਾ ਕੇ ਇਸ ਦੇ ਸਿਰ ਉੱਤੇ ਖਲੋਤਾ ਚੋਟਾਂ ਮਾਰਦਾ ਹੈ। ਸਿਰ ਮਾਰੈ ਉਭੋ, ਨਾ ਦੀਸੈ ਘਰ ਬਾਰੋ। ਫਿਰ ਇਹਨੂੰ ਨਾ ਕੋਈ ਘਰ ਦਿਸਦਾ ਹੈ, ਨਾ ਕੋਈ ਬਾਹਰ ਦਿਸਦਾ ਹੈ। ਫਿਰ ਪਛਤਾਉਂਦਾ ਹੈ ਵੀ ਜੇ ਮੈਂ ਨਾਮ ਜਪ ਲੈਂਦਾ, ਮੈਨੂੰ ਆਹ ਸਮਾਂ ਨਹੀਂ ਸੀ ਦੇਖਣਾ ਪੈਣਾ। ਇਵ ਕੇ ਰਾਹੇ ਜੰਮਣ ਨਾਹੀ, ਪਛਤਾਣੇ ਸਿਰ ਭਾਰੋ। ਉਸ ਮੌਤ ਵੇਲੇ ਦੇ ਬੀਜੇ ਹੋਏ ਸਿਮਰਨ ਸੇਵਾ ਆਦਿਕ ਦੇ ਬੀਜ ਉੱਗ ਨਹੀਂ ਸਕਦੇ। ਤਦੋਂ ਪਛਤਾਉਂਦਾ ਹੈ, ਕਿਉਂਕਿ ਕੀਤੇ ਪਾਪਾਂ ਦਾ ਭਾਰ ਸਿਰ ਉੱਤੇ ਪਿਆ ਹੈ, ਜੋ ਲੈ ਨਹੀਂ ਸਕਦਾ। ਫਿਰ ਇਹ ਜੀਵ ਪਛਤਾਉਂਦਾ ਹੈ, ਜੇ ਕਿਤੇ ਮੈਂ ਨਾਮ ਜਪ ਲੈਂਦਾ, ਫਿਰ ਮੈਨੂੰ ਆਹ ਸਮਾਂ ਨਾ ਦੇਖਣਾ ਪੈਂਦਾ। ਜੇ ਮੈਂ ਨਾਮ ਜਪਿਆ ਹੁੰਦਾ, ਫਿਰ ਮੈਨੂੰ ਜਮਾ ਨੇ ਤੰਗ ਨਹੀਂ ਸੀ ਕਰਨਾ। ਜਿਹੜੇ ਵਾਹਿਗੁਰੂ ਜੀ ਨੂੰ ਯਾਦ ਕਰਦੇ ਐ, ਜਮ ਉਹਨਾਂ ਨੂੰ ਤੰਗ ਨਹੀਂ ਕਰਦੇ। ਉਹ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਜਾਂਦੇ ਐ, ਦਰਗਾਹ ਵਿੱਚ ਜਾਂਦੇ। ਬਿਨ ਸਾਚੇ ਕੋ ਬੇਲੀ ਨਾਹੀ, ਸਾਚਾ ਇਹੋ ਵਿਚਾਰੋ। ਇਸ ਅਟਲ ਵਿਚਾਰ ਨੂੰ ਚੇਤੇ ਰੱਖੋ। ਮਹਾਰਾਜ ਕਹਿੰਦੇ ਭਾਈ, ਇਹ ਮੇਰੀ ਗੱਲ ਨੂੰ ਹਮੇਸ਼ਾ ਹੀ ਆਪਣੇ ਹਿਰਦੇ ਵਿੱਚ ਰੱਖੋ, ਚੇਤੇ ਰੱਖੋ ਕਿ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ। ਅਸਲ ਸਾਥੀ ਪ੍ਰਮਾਤਮਾ ਦਾ ਨਾਮ ਹੀ ਹੈ, ਅਸਲ ਸਾਥੀ ਵਾਹਿਗੁਰੂ ਜੀ ਹੈ। ਜਦੋਂ ਸਾਡੇ ਤੇ ਔਖਾ ਸਮਾਂ ਆਏਗਾ, ਜਮਾਂ ਦੀ ਮਾਰ ਸਾਨੂੰ ਝੱਲਣੀ ਪਏਗੀ। ਜੇ ਪ੍ਰਮਾਤਮਾ ਦਾ ਨਾਮ ਜਪਿਆ ਹੋਇਆ, ਪ੍ਰਮਾਤਮਾ ਦਾ ਨਾਮ ਸਾਨੂੰ ਛਡਾ ਲਏਗਾ। ਬਾਬਾ ਰੋਵਹਿ ਰਵਹਿ ਸੋ ਜਾਣੀਐ, ਮਿਲ ਰੋਵੈ ਗੁਣ ਸਾਰੇਵਾ। ਹੇ ਭਾਈ, ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ,
ਤੇ ਵਿਰਾਗਵਾਨ ਹੁੰਦੇ ਹਨ। ਉਹ ਲੋਕ ਪ੍ਰਲੋਕ ਵਿੱਚ ਆਦਰ ਪਾਉਂਦੇ ਐ। ਜਿਹੜੇ ਵਾਹਿਗੁਰੂ ਜੀ ਨੂੰ ਯਾਦ ਕਰਦੇ ਐ, ਉਹਨਾਂ ਦਾ ਲੋਕ ਅਤੇ ਪ੍ਰਲੋਕ ਵਿੱਚ ਸਤਿਕਾਰ ਹੁੰਦਾ ਹੈ। ਰੋਵੈ ਮਾਇਆ ਮੁਠੜੀ, ਧੰਦੜਾ ਰੋਵਣ ਹਾਰੇਵਾ। ਪਰ ਇਸ ਜੀਵ ਰੂਪੀ ਇਸਤਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਅਤੇ ਇਹ ਫਿਰ ਦੁਖੀ ਹੁੰਦੀ ਹੈ, ਇਹ ਰੋਂਦੀ ਹੈ। ਧੰਦਾ ਰੋਵੈ ਮੈਲ ਨਾ ਧੋਵੈ, ਸੁਪਨੰਤਰ ਸੰਸਾਰੋ। ਸੁਪਨੰਤਰ ਤੋਂ ਭਾਵ ਹੈ ਇੱਕ ਹੋਰ ਸੁਪਨਾ। ਧੰਦਾ ਰੋਵੈ ਮੈਲ ਨਾ ਧੋਵੈ, ਜੀਵ ਸਾਰੀ ਉਮਰ ਮਾਇਆ ਦਾ ਧੰਦਾ ਹੀ ਪਿੱਟਦਾ ਹੈ ਤੇ ਇੰਜ ਕਰਮਾਂ ਦੀ ਮੈਲ ਨਹੀਂ ਲਾਉਂਦਾ। ਮਹਾਰਾਜ ਕਹਿੰਦੇ ਹਰ ਸਮੇਂ ਮਾਇਆ ਦੇ ਜਾਲ ਵਿੱਚ ਇਹ ਫਸਿਆ ਰਹਿੰਦਾ ਹੈ। ਇਹ ਨਹੀਂ ਸੋਚਦਾ ਵੀ ਮੈਂ ਮਾਇਆ ਦੇ ਜੰਜਾਲ ਕਿਵੇਂ ਤੋੜਾਂ, ਮੈਂ ਇਹ ਮਾਇਆ ਤੋਂ ਨਿਰਲੇਪ ਕਿਵੇਂ ਹੋਵਾਂ, ਕਿਵੇਂ ਬਚਾਂ। ਉਹਨਾਂ ਲਈ ਸੰਸਾਰ ਇੱਕ ਸੁਪਨਾ ਹੀ ਬਣਿਆ ਰਹਿੰਦਾ ਹੈ। ਜਿਉਂ ਬਾਜੀਗਰ ਭਰਮੈ ਭੂਲੈ, ਝੂਠ ਮੁੱਠੀ ਅਹੰਕਾਰੋ। ਜਿਵੇਂ ਬਾਜੀਗਰ ਤਮਾਸ਼ਾ ਵਿਖਾਉਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿੱਚ ਰੁੱਝਾ ਰਹਿੰਦਾ ਹੈ, ਤਿਵੇਂ ਕੂੜੇ ਮੋਹ ਦੀ ਠੱਗੀ ਹੋਈ ਜੀਵ ਇਸਤਰੀ ਭਟਕਣਾ ਵਿੱਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ ਤੇ ਕੂੜੀ ਮਾਇਆ ਦਾ ਮਾਣ ਕਰਦੀ ਹੈ। ਆਪੇ ਮਾਰਗ ਪਾਵਨ ਹਾਰਾ, ਆਪੇ ਕਰਮ ਕਮਾਏ। ਪਰ ਪਰਮਾਤਮਾ ਆਪ ਹੀ ਜੀਵਾਂ ਨੂੰ ਸਹੀ ਰਸਤੇ ਤੇ ਪਾਉਣ ਵਾਲਾ ਹੈ। ਆਪੇ ਮਾਰਗ ਪਾਵਨ ਹਾਰਾ। ਹਰ ਸਮੇਂ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ, ਮਹਾਰਾਜ ਸਾਨੂੰ ਸਦਾ ਹੀ ਆਪਣੇ ਗੁਰਮੁਖਾਂ ਦਾ ਮੇਲ ਕਰਾ। ਸਤਿਗੁਰੂ ਜੀ ਸਾਨੂੰ ਸਦਾ ਹੀ ਆਪਣੀ ਹਜ਼ੂਰੀ 'ਚ ਰੱਖ। ਤੁਸੀਂ ਹੀ ਸਾਨੂੰ ਮਾਇਆ ਦੇ ਮੋਹ ਤੇ ਬਚਾ ਸਕਦੇ ਹੋ। ਕਿਰਪਾ ਕਰੋ, ਸਾਨੂੰ ਸਹੀ ਰਸਤੇ ਤੇ ਪਾ ਕੇ ਰੱਖੋ। ਅਸੀਂ ਮੰਦੇ ਰਸਤੇ ਤੇ ਜਾਣ ਬਾਰੇ ਸੋਚੀਏ ਵੀ ਨਾ। ਅਸੀਂ ਹਮੇਸ਼ਾ ਹੀ ਆਪ ਜੀ ਦੇ ਨਾਮ ਵੱਲ ਤੁਰੀਏ। ਅਸੀਂ ਉਹਨਾਂ ਦੀ ਸੰਗਤ ਕਰੀਏ ਜਿਹੜੇ ਤੁਹਾਡੇ ਨਾਲ ਰੰਗੇ ਹੋਏ ਐ। ਆਪੇ ਮਾਰਗ ਪਾਵਨ ਹਾਰਾ। ਜੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਾਂਗੇ, ਮਹਾਰਾਜ ਕਹਿੰਦੇ ਪ੍ਰਮਾਤਮਾ ਆਪ ਹੀ ਇਹ ਜੀਵ ਨੂੰ ਸਹੀ ਰਸਤੇ ਤੇ ਪਾਉਣ ਵਾਲਾ ਹੈ। ਆਪੇ ਕਰਮ ਕਮਾਏ ਤੇ ਆਪ ਹੀ ਜੀਵਾਂ ਵਿੱਚ ਵਿਆਪਕ ਹੋ ਕੇ ਕਰਮ ਕਰ ਰਿਹਾ ਹੈ। ਜਦੋਂ ਜੀਵ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੇਗਾ, ਫਿਰ ਪ੍ਰਮਾਤਮਾ ਇਹ ਜੀਵ ਦੇ ਕੋਲੋਂ ਚੰਗੇ ਕਰਮ ਕਰਾਏਗਾ। ਜਦੋਂ ਚੰਗੇ ਕਰਮ ਆਪਾਂ ਕਰਾਂਗੇ, ਫਿਰ ਆਪਾਂ ਸਦੀਵੀ ਆਨੰਦ ਵਿੱਚ ਰਵਾਂਗੇ, ਸਦੀਵੀ ਸੁੱਖ ਵਿੱਚ ਰਵਾਂਗੇ। ਬੰਦੇ ਦਾ ਮਨ ਦੁਖੀ ਉਦੋਂ ਹੀ ਹੁੰਦਾ ਹੈ, ਅਸ਼ਾਂਤੀ ਵਿੱਚ ਉਦੋਂ ਹੀ ਇਹ ਜੀਵ ਹੁੰਦਾ ਹੈ ਜਦੋਂ ਇਹ 2 ਨੰਬਰ ਦੇ ਕੰਮ ਕਰਦਾ ਹੈ। ਜਿਹੜਾ 1 ਨੰਬਰ ਦਾ ਕੰਮ ਕਰਦਾ, ਚੰਗੇ ਕਰਮ ਕਰਦਾ ਹੈ, ਉਹਨੂੰ ਕਦੇ ਵੀ ਤੁਸੀਂ ਦੁਖੀ ਨਹੀਂ ਦੇਖੋਗੇ। ਉਹਦਾ ਮਨ ਸਦਾ ਹੀ ਆਨੰਦ ਵਿੱਚ ਰਹੇਗਾ। ਉਹ ਬਾਹਰੋਂ ਬੇਸ਼ੱਕ ਗਰੀਬ ਰਹੇਗਾ, ਉਹਦਾ ਖਰਚਾ ਪਾਣੀ ਮਸੀਂ ਚੱਲਦਾ ਹੋਏਗਾ, ਪਰ ਉਹਦਾ ਅੰਦਰ ਦਾ ਆਨੰਦ ਰਹੇਗਾ। ਅੰਦਰ ਦੀ ਉਹਨੂੰ ਸ਼ਾਂਤੀ ਮਿਲੀ ਹੁੰਦੀ ਹੈ। ਬਾਹਰੋਂ ਜੀਵ ਕੋ ਜਿੰਨਾ ਮਰਜ਼ੀ ਪੈਸਾ ਹੋਵੇ, 2 ਨੰਬਰ ਦੀ ਕਮਾਈ ਕਰਕੇ ਜਿੰਨੀ ਮਰਜ਼ੀ ਮਾਇਆ ਇਕੱਠੀ ਕਰ ਲੇ, ਧਨ ਦੌਲਤ ਇਕੱਠੀ ਕਰ ਲੇ, ਜ਼ਮੀਨ ਜਾਇਦਾਦ ਬਣਾ ਲੇ, ਪਰ ਉਹਦਾ ਅੰਦਰ ਹਮੇਸ਼ਾ ਹੀ ਇਉਂ ਤਪਦਾ ਜਿਵੇਂ ਭੱਠੀ ਵਿੱਚ ਦਾਣੇ ਭੁੱਜਦੇ ਹੁੰਦੇ ਆ। ਉਹਦੇ ਮਨ ਨੂੰ ਆਨੰਦ ਨਹੀਂ ਹੁੰਦਾ ਜਿਹੜਾ 2 ਨੰਬਰ ਦੀ ਕਮਾਈ ਕਰਦਾ ਹੈ। ਮਹਾਰਾਜ ਦੇ ਚਰਨਾਂ 'ਚ ਹਮੇਸ਼ਾ ਹੀ ਅਰਦਾਸ ਕਰੋ, ਮਹਾਰਾਜ ਸਾਨੂੰ ਸਹੀ ਰਸਤੇ ਤੇ ਪਾ ਕੇ ਰੱਖੋ ਤੇ ਸਾਡੇ ਕੋਲੋਂ ਚੰਗੇ ਕਰਮ ਕਰਾਓ। ਅਸੀਂ ਹਮੇਸ਼ਾ ਹੀ ਨਿਰਮਲ ਕਰਮ ਕਰੀਏ। ਨਾਮ ਰਤੇ ਗੁਰ ਪੂਰੈ ਰਾਖੇ, ਨਾਨਕ ਸਹਿਜ ਸੁਭਾਏ। ਮਹਾਰਾਜ ਕਹਿੰਦੇ ਜਿਹੜੇ ਆਤਮਿਕ ਅਡੋਲਤਾ ਵਿੱਚ ਟਿਕੇ ਰਹਿ ਕੇ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ ਮਾਇਆ ਦੇ ਮੋਹ ਤੋਂ ਬਚਾ ਲਿਆ। ਜਿਹੜਾ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ, ਵਾਹਿਗੁਰੂ ਜੀ ਨੂੰ ਹਰ ਸਮੇਂ ਆਪਣੀ ਸੁਰਤ ਵਿੱਚ ਟਿਕਾ ਕੇ ਰੱਖਦਾ ਹੈ। ਨਾਮ ਰਤੇ ਗੁਰ ਪੂਰੇ ਰਾਖੇ, ਉਹਨਾਂ ਨੂੰ ਪੂਰਾ ਸਤਿਗੁਰੂ ਰੱਖ ਲੈਂਦਾ ਹੈ। ਉਹਨਾਂ ਨੂੰ ਵਾਹਿਗੁਰੂ ਜੀ ਮਾਇਆ ਦੇ ਮੋਹ ਤੋਂ ਬਚਾ ਲੈਂਦੇ ਹਨ। ਨਾਨਕ ਸਹਿਜ ਸੁਭਾਏ,
ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਹੈ, ਉਹ ਸਦਾ ਹੀ ਸੁਖੀ ਰਹਿੰਦੇ ਹੈ। ਸੋ ਗੁਰਮੁਖੋ, ਇਹ ਸਨ ਜੋ ਅੱਜ ਸਤਿਗੁਰੂ ਜੀਆਂ ਨੇ ਸ੍ਰੀ ਮੁਖ ਵਾਕ ਸਾਹਿਬ ਜੀਆਂ ਦੀ ਬਖਸ਼ਿਸ਼ ਕੀਤੀ। ਉਸ ਹੁਕਮਨਾਮਾ ਸਾਹਿਬ ਜੀਆਂ ਦੇ ਅਖਰੀ ਅਰਥ ਜੋ ਆਪਾਂ ਵਿਚਾਰ ਕੀਤੇ ਹਨ ਜੀ। ਵਿਚਾਰ ਕਰਦੇ ਸਮੇਂ ਇੱਕ ਨਹੀਂ ਬੇਅੰਤ ਭੁੱਲਾਂ ਹੋ ਗਈਆਂ। ਅਣਜਾਣ ਬੱਚੇ ਸਮਝ ਕੇ ਮਾਫ ਕਰਿਓ। ਉਪਦੇਸ਼ ਸਤਿਗੁਰੂ ਜੀ ਦਾ ਜਾਣ ਕੇ ਹਿਰਦਿਆਂ ਦੇ ਅੰਦਰ ਵਸਾ ਲਿਓ। ਭੁੱਲਾਂ ਸਾਡੀ ਝੋਲੀ ਵਿੱਚ ਪਾ ਦਿਓ ਜੀ। ਗੁਰੂ ਵਾਲੇ ਬਣੋ, ਅੰਮ੍ਰਿਤ ਛਕੋ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।